ਹੈਲੋ ਫਰੈਂਡਸ, ਵੈਲਕਮ ਟੂ ਯੂ ਇਨ ਹਾਈ-ਫਾਈ ਜੀਕੇ ਗੁਰੂ ਜੀ YouTube ਚੈਨਲ। ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਂਡ ਕਾफ़ੀ ਦੇਰ ਤੋਂ ਮੇਰੇ ਨਾਲ ਤੁਸੀਂ ਇਸ ਚੈਨਲ ਦੇ ਰਾਹੀਂ ਜੁੜੇ ਹੋਏ ਹੋ ਅਤੇ ਮੈਂ ਆਸ ਕਰਦੀ ਹਾਂ ਕਿ ਤੁਹਾਡੀ ਜਿਹੜੀ ਤਿਆਰੀ ਆ ਉਹ ਬਹੁਤ ਵਧੀਆ ਚੱਲ ਰਹੀ ਹੋਊਗੀ। ਜੇ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਇਸ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹਦੇ ਨਾਲ ਆਪਾਂ ਸਭ ਤੋਂ ਪਹਿਲਾਂ ਜਿਹੜੀ ਹਿਸਟਰੀ ਹੈ, ਠੀਕ ਹੈ, ਕਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ, ਜਿਹਨੂੰ ਆਪਾਂ NCERT ਵੀ ਕਹਿ ਦਿੰਦੇ ਹਾਂ, ਉਹ ਕਵਰ ਕਰਾਂਗੇ। ਐਂਡ ਜਿਵੇਂ ਹੀ ਇਹ ਖਤਮ ਹੋ ਗਈ ਆਪਾਂ ਸਿਵਿਕਸ ਸਟਾਰਟ ਕਰਾਂਗੇ ਅਤੇ ਨਾਲ ਹੀ ਨਾਲ ਜਿਹੜਾ ਹੈਗਾ ਹਾਈ ਲੈਵਲ ਦੀ ਹਿਸਟਰੀ ਵੀ ਇਹਦੇ ਵਿੱਚ ਤਿਆਰ ਕਰਾਂਗੇ। NCERT ਹੈ ਜਿਹੜੀ ਉਹ ਆਪਣਾ ਬੇਸ ਆ, ਠੀਕ ਆ। ਜੇ ਆਪਣਾ ਬੇਸ ਪੂਰਾ ਸੋਲਿਡ ਬਣਿਆ ਹੋਊਗਾ ਇਟ ਮੀਨਸ ਆਪਾਂ ਹਾਈ ਲੈਵਲ ਦੀ ਤਿਆਰੀ ਹੈ ਜਿਹੜੀ ਉਹ ਆਰਾਮ ਨਾਲ ਕੰਟੀਨਿਊ ਕਰ ਸਕਦੇ ਹਾਂ ਸਮੂਥਲੀ। ਅਤੇ ਦੂਜੀ ਗੱਲ ਇਹ ਕਿ ਮੈਂ ਜਿਹੜੇ ਇੱਥੇ ਤੁਹਾਡੇ ਲਈ ਕੁਐਸਚਨ ਲੈ ਕੇ ਆਈ ਹਾਂ, ਇਹ ਮੋਸਟ ਇੰਪੋਰਟੈਂਟ ਕੁਐਸਚਨ ਨੇ ਪੰਜਾਬ ਦੇ ਆਲ ਕੰਪੀਟੀਸ਼ਨ ਐਗਜ਼ਾਮਸ ਦੇ ਲਈ। ਐਗਜ਼ਾਮ ਜਿਹੜੇ ਮੈਂ ਲਿਖੇ ਹੋਏ ਆ ਤੁਸੀਂ ਟਾਈਟਲ ਵਿੱਚ ਜਾ ਕੇ ਦੇਖ ਹੀ ਸਕਦੇ ਹੋ ਕਿ ਕਿਹੜੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਮੇਰੀ ਇਹ ਵੀਡੀਓ ਇੰਪੋਰਟੈਂਟ ਆ, ਠੀਕ ਹੈ। ਅਤੇ ਨਾਲ ਹੀ ਮੇਰੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਨਾ ਤਾਂ NCERT ਬੁੱਕ ਖਰੀਦਣ ਦੀ ਲੋੜ ਆ ਅਤੇ ਨਾ ਹੀ ਉਹਦੇ ਵਿੱਚੋਂ ਕੁਛ ਪੜ੍ਹ ਕੇ ਆਪਣਾ ਟਾਈਮ ਵੇਸਟ ਕਰਨ ਦੀ ਲੋੜ ਆ, ਨਾ ਹੀ ਨੋਟਸ ਬਣਾਉਣ ਦੀ ਲੋੜ ਆ, ਠੀਕ ਹੈ। ਤੁਸੀਂ ਵੀਡੀਓ ਨੂੰ 2-3 ਵਾਰ ਦੇਖੋ, ਤੁਹਾਨੂੰ ਜਿਹੜਾ ਡਾਟਾ ਵਾ ਉਹ ਚੰਗੀ ਤਰ੍ਹਾਂ ਲਰਨ ਹੋ ਜਾਊਗਾ। ਤਾਂ ਆਓ ਬਿਨਾਂ ਟਾਈਮ ਵੇਸਟ ਕੀਤੇ ਅੱਜ ਦੀ ਵੀਡੀਓ ਨੂੰ ਸ਼ੁਰੂ ਕਰੀਏ। ਆਪਾਂ ਪੜ੍ਹਨ ਜਾ ਰਹੇ ਹਾਂ 9th ਕਲਾਸ ਦਾ ਨੈਕਸਟ ਟੌਪਿਕ, ਰੂਸ ਦੀ ਕ੍ਰਾਂਤੀ। ਅਮੂਲ ਪਰਿਵਰਤਨਵਾਦੀ ਅਤੇ ਉਦਾਰਵਾਦੀਆਂ ਦੀਆਂ ਪ੍ਰਤੀਕਿਰਿਆਵਾਂ ਕੀ ਸਨ? ਇਹ ਪ੍ਰਤੀਕਿਰਿਆਵਾਂ ਮੁੱਖ ਤੌਰ 'ਤੇ ਉਹਨਾਂ ਲੋਕਾਂ ਦੀਆਂ ਸਨ ਜਿਹੜੇ ਕਿ ਸਮਾਜ ਦੇ ਢਾਂਚੇ ਨੂੰ ਮੂਲ ਰੂਪ ਵਿੱਚ ਪੁਨਰਗਠਿਤ ਕਰਨਾ ਚਾਹੁੰਦੇ ਸੀ। ਮਤਲਬ ਕਿ ਉਹ ਸਮਾਜ ਦਾ ਜਿਹੜਾ ਢਾਂਚਾ ਸੀ ਉਸ ਟਾਈਮ ਦੇ ਵਿੱਚ ਉਹਨੂੰ ਮੂਲ ਰੂਪ ਵਿੱਚ ਪੁਨਰਗਠਿਤ ਕਰਨਾ ਚਾਹੁੰਦੇ ਸੀਗੇ। ਫਿਰ ਰੂੜੀਵਾਦੀ ਪ੍ਰਤੀਕਿਰਿਆਵਾਂ ਕੀ ਸਨ? ਹੁਣ ਜਿਹੜੀਆਂ ਰੂੜੀਵਾਦੀ ਸੀਗੀਆਂ, ਠੀਕ ਆ, ਉਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਰੂੜੀਵਾਦੀ ਦਾ ਮਤਲਬ ਹੁੰਦਾ ਕਿ ਪੁਰਾਣੇ ਸਮੇਂ ਦੀ ਜਿਹੜੀਆਂ ਘਸੀਆਂ ਪਿੱਟੀਆਂ ਚੱਲੀਆਂ ਆ ਰਹੀਆਂ ਨੇ ਉਹਨੂੰ ਉਵੇਂ ਹੀ ਰੱਖਿਆ ਜਾਵੇ। ਇਹਦੇ ਵਿੱਚ ਇਹ ਸੀ ਕਿ ਰੂੜੀਵਾਦੀ ਸਮੂਹ ਮੂਲ ਢਾਂਚੇ ਵਿੱਚ ਪਰਿਵਰਤਨ ਕੀਤੇ ਬਿਨਾਂ, ਦੇਖੋ ਇਹ ਯਾਦ ਰੱਖਣਾ ਕਿ ਉਹ ਚਾਹੁੰਦੀ ਸੀ ਕਿ ਮੂਲ ਢਾਂਚੇ ਵਿੱਚ ਪਰਿਵਰਤਨ ਕੀਤੇ ਬਿਨਾਂ ਹੌਲੀ ਤਬਦੀਲੀਆਂ ਕਰਨ ਦੇ ਪੱਖ ਵਿੱਚ ਸੀਗੇ ਉਹ। ਅੱਗੇ ਹੈ, ਕਿਹੜੀ ਸਦੀ ਵਿੱਚ ਪੱਛਮੀ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪ੍ਰਬੰਧਨ ਹੋਏ? ਤਾਂ 19ਵੀਂ ਸਦੀ ਵਿੱਚ ਹੋਏ ਆ। ਪਰਿਵਰਤਨ ਤੋਂ ਬਾਅਦ ਫਰਾਂਸ ਕਿਹੜਾ ਦੇਸ਼ ਬਣ ਗਿਆ? ਗਣਰਾਜ। ਪਰਿਵਰਤਨ ਤੋਂ ਬਾਅਦ ਇੰਗਲੈਂਡ ਕਿਹੜਾ ਦੇਸ਼ ਬਣ ਗਿਆ? ਸੰਵਿਧਾਨਕ ਰਾਜਤੰਤਰ। ਪੁਰਾਣੇ ਸੰਮਤੀ ਅਤੇ ਕੁਲੀਨ ਵਰਗਾਂ ਦੇ ਥਾਂ 'ਤੇ ਕਿਹੜੇ ਨਵੇਂ ਵਰਗ ਦਾ ਜਨਮ ਹੋਇਆ? ਨਵੇਂ ਮੱਧ ਵਰਗਾਂ ਦਾ। ਮੱਧ ਵਰਗ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਕਿਵੇਂ ਹੋਏ? ਉਦਯੋਗੀਕਰਨ ਕਰਕੇ। ਰੂਸ ਪਛੜਿਆ ਹੋਇਆ ਦੇਸ਼ ਕਿਉਂ ਰਹਿ ਗਿਆ? ਖੇਤੀ 'ਤੇ ਆਧਾਰਿਤ ਹੋਣ ਕਾਰਨ। ਰੂਸ ਵਿੱਚ ਕਿਸ ਦੀ ਤਾਨਾਸ਼ਾਹੀ ਹੁੰਦੀ ਸੀ? ਜ਼ਾਰ ਦੀ। ਦੇਖੋ ਜ਼ਾਰ ਰੂਸ ਦਾ ਜਿਹੜਾ ਰਾਜਾ ਹੁੰਦਾ ਸੀ, ਜਿਹੜਾ ਸ਼ਾਸਕ ਹੁੰਦਾ ਸੀ, ਉਹਨੂੰ ਜ਼ਾਰ ਕਹਿੰਦੇ ਆ। ਜ਼ਾਰ ਕਿਸ ਦੀ ਸਹਾਇਤਾ ਨਾਲ ਨਿਮਨ ਵਰਗ 'ਤੇ ਨਿਯੰਤਰਣ ਰੱਖਦਾ ਸੀ? ਸੈਨਾ ਦੀ ਸਹਾਇਤਾ ਨਾਲ। ਖੇਤੀ ਦਾਸ ਪ੍ਰਥਾ ਦਾ ਅੰਤ ਕਦੋਂ ਹੋਇਆ? 1861 ਈਸਵੀ ਵਿੱਚ। ਕਿਸਾਨ ਕਿਸ ਦੇ ਪ੍ਰਤੀ ਵਫਾਦਾਰ ਸਨ? ਜ਼ਾਰ ਦੇ ਪ੍ਰਤੀ ਵਫਾਦਾਰ ਸੀਗੇ ਅਤੇ ਉਸਨੂੰ ਆਪਣੇ ਪਿਤਾ ਸਮਾਨ ਮੰਨਦੇ ਸਨ। ਰੂਸ ਦੇ ਕਿਸਾਨ ਆਪਣੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਔਕੜਾਂ ਦੇ ਹੱਲ ਲਈ ਕਿਸ ਦੀ ਅਗਵਾਈ ਚਾਹੁੰਦੇ ਸਨ? ਜ਼ਾਰ ਦੀ ਅਗਵਾਈ। ਉਦਯੋਗੀਕਰਨ ਦੇ ਕੀ ਪ੍ਰਭਾਵ ਪਏ? ਮਜ਼ਦੂਰਾਂ ਦੀ ਮਾੜੀ ਆਰਥਿਕ ਸਥਿਤੀ ਹੋ ਗਈ, ਲਘੂ ਉਦਯੋਗਾਂ ਦਾ ਨਸ਼ਟ ਹੋਣਾ, ਆਵਾਸ ਅਤੇ ਸਫਾਈ ਦੀਆਂ ਸਮੱਸਿਆਵਾਂ, ਬੇਰੁਜ਼ਗਾਰੀ, ਵੱਧ ਘੰਟਿਆਂ ਲਈ ਘੱਟ ਮਜ਼ਦੂਰੀ। ਉਦਯੋਗੀਕਰਨ ਕਾਰਨ ਆਦਮੀ, ਔਰਤਾਂ ਅਤੇ ਬੱਚੇ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਜਾਣ ਲੱਗੇ। ਦੇਖੋ ਪਹਿਲਾਂ ਹੈਗਾ ਕਿ ਮਜ਼ਦੂਰਾਂ ਦੀ ਹਾਲਤ ਮਾੜੀ ਹੋ ਗਈ ਕਿਉਂਕਿ ਉਦਯੋਗੀਕਰਨ ਹੋ ਗਿਆ ਅਤੇ ਮਜ਼ਦੂਰਾਂ ਦਾ ਕੰਮ ਹੁਣ ਮਸ਼ੀਨਾਂ ਨਾਲ ਹੋਣ ਲੱਗ ਗਿਆ। ਲਘੂ ਉਦਯੋਗ ਹੁਣ ਜਿਹੜਾ ਹੱਥਾਂ ਨਾਲ ਸਮਾਨ ਮਤਲਬ ਤਿਆਰ ਕੀਤਾ ਹੁੰਦਾ ਸੀ ਉਹਦੀ ਵੈਲਿਊ ਘੱਟ ਗਈ ਸੀਗੀ। ਫਿਰ ਰਹਿਣ ਦੀ ਸਮੱਸਿਆ ਹੁੰਦੀ ਸੀ। ਇਹ ਤੋਂ ਬਿਨਾਂ ਕੀ ਸੀ ਕਿ ਉਦਯੋਗਾਂ ਨਾਲ ਜਿਵੇਂ ਆਪਾਂ ਦੇਖਦੇ ਹਾਂ ਅੱਜ ਦੇ ਟਾਈਮ ਵਿੱਚ ਵੀ ਉਦਯੋਗਾਂ ਨਾਲ, ਠੀਕ ਆ, ਫੈਕਟਰੀਆਂ ਦਾ, ਕਾਰਖਾਨਿਆਂ ਦਾ ਪਾਣੀ ਜਿਹੜਾ ਹੈਗਾ ਵਾ ਪਾਣੀਆਂ ਦੇ ਸੋਮਿਆਂ ਵਿੱਚ ਪਾਇਆ ਜਾਂਦਾ ਵਾ। ਇਹ ਤੋਂ ਬਿਨਾਂ ਧੂੰਆਂ ਨਿਕਲਦਾ ਉਹਨਾਂ ਦੀਆਂ ਚਿਮਨੀਆਂ 'ਤੇ, ਇਹਦੇ ਨਾਲ ਪੋਲਿਊਸ਼ਨ ਹੁੰਦਾ ਤਾਂ ਸਫਾਈ ਦੀ ਸਮੱਸਿਆ ਹੁੰਦੀ ਆ। ਫਿਰ ਬੇਰੁਜ਼ਗਾਰੀ ਵੱਧ ਗਈ ਕਿਉਂਕਿ ਮਜ਼ਦੂਰ ਘੱਟ ਜਾਣਗੇ, ਮਸ਼ੀਨਾਂ ਦਾ ਕੰਮ ਵੱਧ ਗਿਆ ਸੀਗਾ, ਵੱਧ ਘੰਟਿਆਂ ਕੰਮ ਕਰਵਾਇਆ ਜਾਂਦਾ ਸੀ, ਮਜ਼ਦੂਰੀ ਘੱਟ ਦਿੱਤੀ ਜਾਂਦੀ ਸੀ ਉਹਨਾਂ ਨੂੰ। ਇਹਦੇ ਨਾਲ ਕੀ ਸੀਗਾ ਕਿ ਜਿਹੜੇ ਆਦਮੀ ਸੀ, ਔਰਤਾਂ ਅਤੇ ਬੱਚੇ ਸੀ, ਉਹਨਾਂ ਨੂੰ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਲਿਜਾਣ ਲੱਗ ਗਏ ਸੀਗੇ। ਅੱਗੇ ਹੈ, ਰੂਸ ਨੂੰ ਇੱਕ ਸ਼ਕਤੀਸ਼ਾਲੀ ਦੇਸ਼ ਬਣਾਉਣ ਲਈ ਜ਼ਾਰ ਨੇ ਕੀ ਕੀਤਾ? ਜ਼ਾਰ ਨੇ 19ਵੀਂ ਸਦੀ ਦੇ ਅੰਤ ਵਿੱਚ ਤੇਜ਼ੀ ਨਾਲ ਉਦਯੋਗੀਕਰਨ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਹਾ ਇਸਪਾਤ ਅਤੇ ਦੂਜੇ ਉਦਯੋਗ ਕਿੱਥੇ ਲਗਾਏ ਗਏ? ਮਾਸਕੋ ਦੇ ਆਸ-ਪਾਸ ਜੁਰਾਲ ਵਿੱਚ। ਸੀਜ਼ਾਰ ਦਾ ਉਚਾਰਨ ਕੀ ਕੀਤਾ ਜਾਂਦਾ ਹੈ? ਜ਼ਾਰ ਕਿਹਾ ਜਾਂਦਾ ਇਹਨੂੰ, ਠੀਕ ਹੈ। ਰੂਸ ਵਿੱਚ ਜ਼ਾਰਸ਼ਾਹੀ ਦੀ ਸ਼ੁਰੂਆਤ ਕਦੋਂ ਹੋਈ? 1547 ਈਸਵੀ ਵਿੱਚ। ਸਮਾਜਵਾਦ ਕੀ ਹੈ? ਸਮਾਜਵਾਦ ਇੱਕ ਵਿਚਾਰਧਾਰਾ ਹੈ। ਇਹ ਜਿਹੜੀ ਵਿਚਾਰਧਾਰਾ ਵਾ ਇਹਦਾ ਅਰਥ ਕੀ ਆ ਕਿ ਉਤਪਾਦਨ ਅਤੇ ਵੰਡ ਦੇ ਸਾਧਨਾਂ 'ਤੇ
ਸਰਕਾਰ ਜਾਂ ਸਮੂਹਾਂ ਦੀ ਮਾਲਕੀਅਤ ਹੋਣਾ। ਦੇਖੋ ਕਿ ਉਤਪਾਦਨ ਤੇ ਵੰਡ ਦੇ ਜਿਹੜੇ ਸਾਧਨ ਆ ਉਹਨਾਂ ਉੱਤੇ ਸਰਕਾਰ ਜਾਂ ਜਿਹੜੇ ਉਹਨਾਂ ਦੇ ਸਮੂਹ ਆ ਉਹਨਾਂ ਦੀ ਮਾਲਕੀਅਤ ਹੋਣਾ, ਮਤਲਬ ਉਹਨਾਂ ਦਾ ਅਧਿਕਾਰ ਹੋਣਾ। ਸਮਾਜਵਾਦ ਦੀਆਂ ਕੀ ਵਿਸ਼ੇਸ਼ਤਾਵਾਂ ਹਨ? ਬਾਜ਼ਾਰ ਮੰਡੀ ਨੂੰ ਰਾਜ ਦੁਆਰਾ ਨਿਯਮਿਤ ਕਰਨਾ, ਆਮਦਨੀ ਦੀ ਸਮਾਨ ਵੰਡ, ਉਤਪਾਦਨ ਦੇ ਸਾਧਨ ਸਮਾਜ ਦੇ ਨਿਯੰਤਰਣ ਵਿੱਚ ਹੋਣੇ ਚਾਹੀਦੇ ਹਨ, ਸਮਾਜ ਵਰਗ ਰਹਿਤ ਹੋਣਾ ਚਾਹੀਦਾ ਹੈ, ਜਿਸ ਦਾ ਅਰਥ ਹੈ ਕਿ ਸੰਪੱਤੀ ਤੇ ਆਮਦਨ ਦੇ ਆਧਾਰ 'ਤੇ ਸਮਾਜ ਵਿੱਚ ਦਰਜਾਬੰਦੀ ਦਾ ਨਾ ਹੋਣਾ। ਤਾਨਾਸ਼ਾਹੀ ਸ਼ਾਸਨ ਵਿੱਚ ਜ਼ਾਰ ਨੇ ਲੋਕਾਂ ਨੂੰ ਕਿਹੜੇ ਅਧਿਕਾਰ ਤੋਂ ਵਾਂਝੇ ਰੱਖਿਆ? ਲੋਕਤੰਤਰੀ ਅਤੇ ਨਾਗਰਿਕ ਅਧਿਕਾਰਾਂ ਤੋਂ ਵਾਂਝੇ ਰੱਖਿਆ ਸੀ ਲੋਕਾਂ ਨੂੰ ਉਹਨੇ। ਜ਼ਾਰ ਲੋਕਾਂ ਦਾ ਦਮਨ ਕਿਵੇਂ ਕਰਦੇ ਸਨ? ਗੁਪਤ ਪੁਲਿਸ ਅਤੇ ਸੈਨਾ ਦੀ ਸਹਾਇਤਾ ਨਾਲ। ਠੀਕ ਹੈ, ਉਹ ਆਪਣੀ ਤਾਨਾਸ਼ਾਹੀ ਕਰਦੇ ਸੀਗੇ। ਮਜ਼ਦੂਰਾਂ ਅਤੇ ਮੱਧ ਵਰਗੀ ਲੋਕਾਂ ਦੁਆਰਾ ਬਣਾਏ ਗਏ ਧੜ ਕਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਰੂਪ ਵਿੱਚ ਉੱਭਰੇ? ਉਦਾਰਵਾਦੀ, ਬੋਲਸ਼ਵਿਕ, ਮੈਨਸਵਿਕ। ਰਾਜਨੀਤਿਕ ਪਰਿਵਰਤਨ ਦੇ ਚਾਹਵਾਨ ਧੜਿਆਂ ਨੇ ਕਿਹੜੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ? ਹਿੰਸਕ ਕਾਰਵਾਈਆਂ। ਜ਼ਾਰ ਅਲੈਗਜ਼ੈਂਡਰ ਦੂਜੇ ਦੀ ਹੱਤਿਆ ਕਦੋਂ ਕੀਤੀ ਗਈ? 1881 ਈਸਵੀ ਵਿੱਚ। ਪਿਛਲੇ ਸਾਲਾਂ ਦੌਰਾਨ ਆਈਆਂ ਔਕੜਾਂ ਨੇ ਕਿਹੜੀ ਘਟਨਾ ਨੂੰ ਜਨਮ ਦਿੱਤਾ? 1905 ਈਸਵੀ ਦੀ ਰੂਸ ਦੀ ਕ੍ਰਾਂਤੀ ਨੂੰ। ਰੂਸ ਅਤੇ ਜਾਪਾਨ ਦਾ ਯੁੱਧ ਕਦੋਂ ਹੋਇਆ? 1905 ਈਸਵੀ ਵਿੱਚ। ਰੂਸ ਅਤੇ ਜਾਪਾਨ ਦੇ ਯੁੱਧ ਵਿੱਚ ਕਿਸ ਦੀ ਹਾਰ ਹੋਈ? ਰੂਸ ਦੀ ਹਾਰ ਹੋਈ। ਰੂਸ ਦੀ ਹਾਰ ਦਾ ਕ੍ਰਾਂਤੀ 'ਤੇ ਕੀ ਅਸਰ ਪਿਆ? ਇਸ ਹਾਰ ਨੇ ਕ੍ਰਾਂਤੀ ਦੀ ਚੰਗਿਆੜੀ ਨੂੰ ਹੋਰ ਭੜਕਾਇਆ। ਰੂਸ ਦੀ 1905 ਈਸਵੀ ਦੀ ਕ੍ਰਾਂਤੀ ਨੂੰ ਜ਼ਾਰ ਨੇ ਕਿਸ ਦੀ ਸਹਾਇਤਾ ਨਾਲ ਕੁਚਲ ਦਿੱਤਾ? ਬਹੁਗਿਣਤੀ ਸੈਨਾ ਦੀ ਸਹਾਇਤਾ ਨਾਲ। ਦੇਖੋ ਜਦੋਂ ਰੂਸ ਜਿਹੜਾ ਸੀਗਾ ਹਾਰ ਗਿਆ ਸੀਗਾ, ਠੀਕ ਆ, ਕਿਤੋਂ ਹਾਰਿਆ? ਜਾਪਾਨ ਤੋਂ ਹਾਰਿਆ ਸੀਗਾ। ਤਾਂ ਕੀ ਹੋਇਆ ਕਿ ਉੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਕ੍ਰਾਂਤੀ ਕਰਤੀ ਸੀ 1905 ਵਿੱਚ। ਤਾਂ ਕਰਕੇ ਕੀ ਸੀਗਾ ਕਿ ਜਿਹੜਾ ਉੱਥੋਂ ਦਾ ਜ਼ਾਰ ਸੀ ਉਹਨੇ 1905 ਵਿੱਚ ਹੀ ਜਿਹੜੀ ਉਹ ਕ੍ਰਾਂਤੀ ਸੀਗੀ ਬਹੁਗਿਣਤੀ ਸੈਨਾ ਦੀ ਸਹਾਇਤਾ ਨਾਲ ਉਹਨੂੰ ਖ਼ਤਮ ਕਰਤਾ ਸੀਗਾ। 1905 ਦੀ ਰੂਸ ਦੀ ਕ੍ਰਾਂਤੀ ਅਸਫਲ ਕਿਉਂ ਰਹੀ? ਵਿਦਰੋਹੀਆਂ ਵਿੱਚ ਤਾਲਮੇਲ ਅਤੇ ਏਕਤਾ ਦੀ ਘਾਟ ਹੋਣ ਕਰਕੇ। ਦੇਖੋ ਜਿਵੇਂ ਆਪਣੇ 1857 ਦੀ ਕ੍ਰਾਂਤੀ ਜਿਹੜੀ ਸੀ ਉਹ ਵੀ ਅਸਫਲ ਹੀ ਹੋ ਗਈ ਸੀ। ਕਿਉਂ? ਕਿਉਂਕਿ ਉਹਨਾਂ ਵਿੱਚ ਤਾਲਮੇਲ ਨਹੀਂ ਬਣਿਆ ਹੋਇਆ ਸੀਗਾ। ਉਵੇਂ ਜਿਹੜੀ ਰੂਸ ਦੀ 1905 ਦੀ ਕ੍ਰਾਂਤੀ ਸੀ ਉਹ ਵੀ ਅਸਫਲ ਹੋ ਗਈ ਸੀ। ਕਿਹਦੇ ਕਾਰਨ? ਵਿਦਰੋਹੀਆਂ ਵਿੱਚ ਤਾਲਮੇਲ ਤੇ ਏਕਤਾ ਦੀ ਘਾਟ ਦੇ ਕਾਰਨ। 1905 ਦੀ ਕ੍ਰਾਂਤੀ ਤੋਂ ਬਾਅਦ ਰੂਸ ਦਾ ਅਗਲਾ ਜ਼ਾਰ ਕੌਣ ਬਣਿਆ? ਨਿਕੋਲਸ ਦੂਜਾ। ਨਿਕੋਲਸ ਦੂਜਾ ਕਿੰਨਾ ਸਮਾਂ ਰੂਸ ਦਾ ਜ਼ਾਰ ਰਿਹਾ? 1905 ਤੋਂ 1917 ਈਸਵੀ ਤੱਕ। ਨਿਕੋਲਸ ਦੂਜੇ ਨੇ ਕਿਹੜੇ ਪੱਤਰ ਰਾਹੀਂ ਰੂਸ ਦੇ ਲੋਕਾਂ ਨੂੰ ਕਈ ਰਿਆਇਤਾਂ ਦੇਣ ਦਾ ਵਾਅਦਾ ਕੀਤਾ? ਅਕਤੂਬਰ ਘੋਸ਼ਣਾ ਪੱਤਰ ਰਾਹੀਂ। ਅਕਤੂਬਰ ਘੋਸ਼ਣਾ ਪੱਤਰ ਦੀਆਂ ਮੁੱਖ ਰਿਆਇਤਾਂ ਕਿਹੜੀਆਂ ਸਨ? ਪਹਿਲੇ ਨੰਬਰ 'ਤੇ ਡੂਮਾ, ਜਿਹੜੀ ਰੂਸ ਦੀ ਸੰਸਦ ਆ ਉਹਨੂੰ ਡੂਮਾ ਕਹਿੰਦੇ ਆ। ਡੂਮਾ ਸੰਸਦ ਦੀ ਚੋਣ, ਪ੍ਰੈਸ ਅਤੇ ਸੰਗਠਨ ਬਣਾਉਣ ਦੀ ਸੁਤੰਤਰਤਾ, ਮਜ਼ਦੂਰਾਂ ਦੀਆਂ ਕੰਮ ਕਰਨ ਦੀਆਂ ਸਥਿਤੀਆਂ ਵਿੱਚ ਸੁਧਾਰ ਅਤੇ ਤਨਖਾਹਾਂ ਵਿੱਚ ਵਾਧਾ, ਮੁਕਤੀ ਭੁਗਤਾਨ ਯਾਨੀ ਕਿ ਦਾਸਾਂ ਦੁਆਰਾ ਆਪਣੇ ਆਪ ਨੂੰ ਮੁਕਤ ਕਰਵਾਉਣ 'ਤੇ ਜ਼ਮੀਨ ਦੀ ਮਾਲਕੀਅਤ ਹਾਸਲ ਕਰਨ ਲਈ ਦਿੱਤਾ ਜਾਣ ਵਾਲਾ ਪੈਸਾ ਜਿਹੜਾ ਸੀ ਉਹਨੂੰ ਰੱਦ ਕਰਨਾ, ਉਹਨੂੰ ਕਹਿੰਦੇ ਸੀ ਮੁਕਤੀ ਭੁਗਤਾਨ। ਰੂਸ ਦੀ ਸੰਸਦ ਨੂੰ ਕੀ ਕਿਹਾ ਜਾਂਦਾ ਸੀ? ਡੂਮਾ। ਡੂਮਾ ਦਾ ਸ਼ਾਬਦਿਕ ਅਰਥ ਕੀ ਹੈ? ਡੂਮਾ ਰੂਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸੋਚਣਾ। ਕਿਸ ਕ੍ਰਾਂਤੀ ਨਾਲ ਰੂਸ ਦੇ ਜ਼ਾਰ ਨੂੰ ਵੱਡਾ ਧੱਕਾ ਲੱਗਾ? 1905 ਈਸਵੀ ਦੀ ਰੂਸ ਦੀ ਕ੍ਰਾਂਤੀ ਨਾਲ। 1905 ਈਸਵੀ ਦੀ ਰੂਸ ਦੀ ਕ੍ਰਾਂਤੀ ਤੋਂ ਮਜਬੂਰ ਹੋ ਕੇ ਜ਼ਾਰ ਨੇ ਕਿਸ ਦੀ ਸਥਾਪਨਾ ਕੀਤੀ? ਡੂਮਾ ਦੀ। ਡੂਮਾ ਦਾ ਕੀ ਕੰਮ ਹੁੰਦਾ ਸੀ? ਜ਼ਾਰ ਨੂੰ ਸਲਾਹ ਦੇਣਾ ਅਤੇ ਰੂਸ ਦੇ ਲੋਕਾਂ ਲਈ ਕਾਨੂੰਨ ਪਾਸ ਕਰਨਾ। ਡੂਮਾ ਇੱਕ ਤਰ੍ਹਾਂ ਦੀ ਚੁਣੀ ਹੋਈ ਸਲਾਹ ਦੇਣ ਵਾਲੀ ਸੰਸਦ ਸੀਗੀ। ਅੱਜ ਕੱਲ੍ਹ ਰੂਸ ਦੀ ਸੰਸਦ ਨੂੰ ਕੀ ਕਿਹਾ ਜਾਂਦਾ ਹੈ? ਡੂਮਾ। ਦੇਖੋ ਪਹਿਲਾਂ ਵੀ ਉਹਦਾ ਨਾਂ ਡੂਮਾ ਹੀ ਸੀ ਅਤੇ ਅੱਜ ਕੱਲ੍ਹ ਵੀ ਉਹਨੂੰ ਡੂਮਾ ਹੀ ਕਿਹਾ ਜਾਂਦਾ ਵਾ। ਉਦਯੋਗਿਕ ਹੜਤਾਲਾਂ ਦੀ ਲਹਿਰ ਤੋਂ ਮਜ਼ਦੂਰਾਂ ਵਿੱਚ ਪੈਦਾ ਹੋਇਆ ਤਣਾਅ ਕਦੋਂ ਜ਼ਾਹਿਰ ਹੋਣ ਲੱਗਾ? 1912 ਤੋਂ 1914 ਈਸਵੀ ਦੇ ਵਿੱਚ ਜਿਹੜਾ ਸੀ ਇਹ ਉਹਨਾਂ ਦਾ ਮਤਲਬ ਤਣਾਅ ਸੀਗਾ ਉਹ ਸਾਹਮਣੇ ਆਉਣ ਲੱਗ ਗਿਆ ਸੀਗਾ, ਜ਼ਾਹਿਰ ਹੋਣ ਲੱਗ ਗਿਆ ਸੀ। 270 ਹੜਤਾਲੀਆਂ ਨੂੰ ਕਿੱਥੇ ਮਾਰਿਆ ਗਿਆ? 1912 ਈਸਵੀ ਵਿੱਚ ਲੇਨਾ ਗੋਲਡ ਨਾਮਕ ਸੋਨੇ ਦੀ ਖਾਨ ਵਿੱਚ। 270 ਹੜਤਾਲੀਆਂ ਨੂੰ ਮਾਰਨ ਦਾ ਕੀ ਸਿੱਟਾ ਨਿਕਲਿਆ? ਸਮਾਜਿਕ ਲੋਕਤੰਤਰਿਕ ਅਤੇ ਸਮਾਜਿਕ ਕ੍ਰਾਂਤੀਕਾਰੀ ਨਾਮਕ ਰਾਜਨੀਤਿਕ ਪਾਰਟੀਆਂ ਦੁਬਾਰਾ ਕਿਰਿਆਸ਼ੀਲ ਹੋ ਗਈਆਂ। ਕਿਹੜੀਆਂ ਦੋ ਪਾਰਟੀਆਂ? ਸਮਾਜਿਕ ਲੋਕਤੰਤਰਿਕ ਅਤੇ ਸਮਾਜਿਕ ਕ੍ਰਾਂਤੀਕਾਰੀ। ਸਮਾਜਿਕ ਕ੍ਰਾਂਤੀਕਾਰੀ ਪਾਰਟੀ ਦੇਸ਼ ਵਿੱਚ ਕ੍ਰਾਂਤੀ ਲਿਆਉਣ ਲਈ ਕਿਹਨਾਂ ਨੂੰ ਇਕੱਠਾ ਕਰਨਾ ਚਾਹੁੰਦੀ ਸੀ? ਕਿਸਾਨਾਂ ਨੂੰ। ਦੇਖੋ ਹੁਣ ਜਿਹੜੀਆਂ ਇਹ ਪਾਰਟੀਆਂ ਸੀ ਇਹਨਾਂ ਦੇ ਅਲੱਗ-ਅਲੱਗ ਮਤਲਬ ਸੀਗੇ, ਵਿਚਾਰ ਸੀਗੇ। ਜਿਹੜੀ ਸਮਾਜਿਕ ਕ੍ਰਾਂਤੀਕਾਰੀ ਪਾਰਟੀ ਸੀ ਉਹ ਚਾਹੁੰਦੀ ਸੀ ਵੀ ਕ੍ਰਾਂਤੀ ਲਿਆਉਣ ਲਈ ਕਿਸਾਨਾਂ ਨੂੰ ਇਕੱਠਾ ਕੀਤਾ ਜਾਵੇ। ਹੁਣ ਜਿਹੜੀ ਦੂਜੀ ਪਾਰਟੀ ਸੀ ਸਮਾਜਿਕ ਲੋਕਤੰਤਰਿਕ ਪਾਰਟੀ ਦੇਸ਼ ਵਿੱਚ ਕ੍ਰਾਂਤੀ ਲਿਆਉਣ ਲਈ ਕਿਹਨਾਂ ਨੂੰ ਇਕੱਠਾ ਕਰਨਾ ਚਾਹੁੰਦੀ ਸੀ?
ਪ੍ਰੋਲਤਾਰੀ ਜਾਣੀ ਕਿ ਮਜ਼ਦੂਰ ਵਰਗ ਨੂੰ। ਸਮਾਜਿਕ ਲੋਕਤੰਤਰਿਕ ਪਾਰਟੀ ਕਦੋਂ ਹੋਂਦ ਵਿੱਚ ਆਈ? 1898 ਈਸਵੀ ਵਿੱਚ। ਸ਼ਾਹੀ ਪਰਿਵਾਰ ਦੇ ਅਕਸ਼ ਨੂੰ ਕਿਹੜੀਆਂ ਦੋ ਚੀਜ਼ਾਂ ਨੇ ਪ੍ਰਭਾਵਿਤ ਕੀਤਾ? ਸਟਾਲਫਿਨ ਦੇ ਕਤਲ ਨੇ ਅਤੇ ਸ਼ਾਹੀ ਦਰਬਾਰ ਵਿੱਚ ਰਾਸਪੁਟਨ ਦਾ ਵੱਧਦਾ ਹੋਇਆ ਪ੍ਰਭਾਵ। ਰਾਸਪੁਟਨ ਸੀਗਾ ਜਿਹੜਾ ਇੱਕ ਸਾਈਬੇਰੀਆ ਦਾ ਪਖੰਡੀ ਸਾਧੂ ਸੀ, ਉਹਦਾ ਮਤਲਬ ਜ਼ਾਰ ਦੇ ਉੱਤੇ ਜ਼ਿਆਦਾ ਪ੍ਰਭਾਵ ਸੀਗਾ। ਕਿਹੜੀ ਘਟਨਾ ਨੇ ਕ੍ਰਾਂਤੀ ਨੂੰ ਲਾਜ਼ਮੀ ਬਣਾ ਦਿੱਤਾ? ਪਹਿਲੇ ਵਿਸ਼ਵ ਯੁੱਧ ਨੇ 1914 ਤੋਂ ਲੈ ਕੇ 1919 ਈਸਵੀ ਵਿੱਚ ਹੋਇਆ ਵਾ। ਉਹਦੇ ਵਿੱਚ ਰੂਸ ਦੀ ਹਾਰ ਹੋ ਗਈ ਸੀ, ਤਾਂ ਕਰਕੇ ਜਿਹੜੀ ਸੀਗੀ ਕ੍ਰਾਂਤੀ ਲਾਜ਼ਮੀ ਹੋ ਗਈ ਸੀਗੀ। 8 ਮਾਰਚ 1917 ਨੂੰ ਦੰਗੇ ਕਿੱਥੇ ਹੋਏ? ਪੈਟਰੋਗਰਾਡ ਵਿੱਚ। ਪੈਟਰੋਗਰਾਡ ਵਿੱਚ ਦੰਗੇ ਕਿਸ ਚੀਜ਼ ਲਈ ਹੋਏ? ਡਬਲ ਰੋਟੀ ਨੂੰ ਲੈ ਕੇ। ਪੈਟਰੋਗਰਾਡ ਦੇ ਮਜ਼ਦੂਰਾਂ ਵਿੱਚ ਹੜਤਾਲ ਕਦੋਂ ਫੈਲੀ? 10 ਮਾਰਚ 1917 ਨੂੰ। ਜ਼ਾਰ ਨਿਕੋਲਸ ਦੂਜੇ ਨੇ ਕਿਸ ਤੋਂ ਮਜਬੂਰ ਹੋ ਕੇ ਗੱਦੀ ਛੱਡ ਦਿੱਤੀ? ਡੂਮਾ ਦੇ ਸਰਗਰਮ ਮੈਂਬਰਾਂ ਤੇ ਜਰਨੈਲਾਂ ਦੇ ਦਬਾਅ ਹੇਠ ਆ ਕੇ ਜ਼ਾਰ ਜਿਹੜਾ ਸੀਗਾ ਨਿਕੋਲਸ ਦੂਜਾ, ਉਹਨੇ ਮਜਬੂਰ ਹੋ ਕੇ ਗੱਦੀ ਛੱਡ ਦਿੱਤੀ ਅਤੇ ਸਦੀਆਂ ਤੋਂ ਚੱਲੀ ਆ ਰਹੀ ਜਿਹੜੀ ਜ਼ਾਰਸ਼ਾਹੀ ਸੀ ਉਹਦਾ ਅੰਤ ਹੋ ਗਿਆ। ਮਾਰਚ 1917 ਦੀ ਕ੍ਰਾਂਤੀ ਤੋਂ ਬਾਅਦ ਰੂਸ ਦਾ ਆਰਜੀ ਪ੍ਰਧਾਨ ਮੰਤਰੀ ਕਿਸ ਨੂੰ ਬਣਾਇਆ ਗਿਆ? ਜਾਰਜ ਲਵੋਵ ਨੂੰ ਉਦਾਰਵਾਦੀ ਸਰਕਾਰ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ। ਜੁਲਾਈ 1917 ਵਿੱਚ ਰੂਸ ਦੀ ਸੱਤਾ ਦੀ ਬਾਗਡੋਰ ਕਿਸ ਨੇ ਸੰਭਾਲੀ? ਅਲੈਗਜ਼ੈਂਡਰ ਕ੍ਰੈਮਸਕੀ ਨੇ। ਕ੍ਰੈਮਸਕੀ ਦੀ ਸਰਕਾਰ ਦਾ ਪਤਨ ਕਦੋਂ ਹੋਇਆ? ਨਵੰਬਰ 1917 ਈਸਵੀ ਵਿੱਚ। ਪੈਟਰੋਗਰਾਡ ਨੂੰ ਅਧਿਕਾਰਾਂ ਦੀ ਵੰਡ ਕਿਸ ਨਾਲ ਕਰਨੀ ਪਈ? ਸੋਵੀਅਤ ਨਾਲ। ਆਰਜੀ ਸਰਕਾਰ ਨੂੰ ਵੱਡਾ ਝਟਕਾ ਕਿਉਂ ਲੱਗਾ? ਸਿਪਾਹੀਆਂ ਵੱਲੋਂ ਸਿਰਫ ਪੈਟਰੋਗਰਾਡ ਸੋਵੀਅਤ ਦੇ ਫੈਸਲੇ ਮੰਨਣ ਨਾਲ। ਸੋਵੀਅਤ ਦਾ ਕੀ ਅਰਥ ਹੈ? ਪਰਿਸ਼ਦ ਜਾਂ ਸਥਾਨਕ ਪੱਧਰ 'ਤੇ ਸ਼ਾਸਨ ਚਲਾਉਣ ਵਾਲੀ ਇਕਾਈ। ਠੀਕ ਆ, ਸੋਵੀਅਤ ਦਾ ਕੀ ਅਰਥ ਆ ਕਿ ਪਰਿਸ਼ਦ ਜਾਂ ਸਥਾਨਕ ਪੱਧਰ 'ਤੇ ਸ਼ਾਸਨ ਚਲਾਉਣ ਵਾਲੀ ਇਕਾਈ। ਇਹ ਆਮ ਤੌਰ 'ਤੇ ਮਜ਼ਦੂਰ ਵਰਗ ਵੱਲੋਂ ਚੁਣੀ ਜਾਂਦੀ ਸੀ। ਕਿਸਾਨਾਂ ਨੇ ਕਿਸ ਦੀ ਸਹਾਇਤਾ ਨਾਲ ਆਪ ਹੀ ਜ਼ਮੀਨਾਂ 'ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ? ਬੋਲਸ਼ਵਿਕਾਂ ਦੀ ਮਦਦ ਨਾਲ। ਬੋਲਸ਼ਵਿਕ ਦਲ ਦਾ ਨੇਤਾ ਕੌਣ ਸੀ? ਲੈਨਨ। ਇਹ ਜਿਹੜਾ ਹੈਗਾ ਮੋਸਟ ਇੰਪੋਰਟੈਂਟ ਕੁਐਸਚਨ ਆ। ਬੋਲਸ਼ਵਿਕ ਪਾਰਟੀ ਦਾ ਕੀ ਵਿਸ਼ਵਾਸ ਸੀ ਕਿ ਰੂਸ ਵਰਗੇ ਦੇਸ਼ ਵਿੱਚ ਜਿੱਥੇ ਕਿ ਸੰਸਦੀ ਲੋਕਤੰਤਰ ਨਹੀਂ ਹੈ, ਉੱਥੇ ਲੋਕਤੰਤਰੀ ਅਸੂਲਾਂ 'ਤੇ ਚੱਲਣ ਵਾਲੀ ਪਾਰਟੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਕਰ ਸਕਦੀ। ਇਹ ਵਿਚਾਰ ਸੀਗਾ ਉਹਨਾਂ ਦਾ। ਦੇਖੋ ਕਹਿੰਦਾ ਵੀ ਰੂਸ ਵਰਗਾ ਦੇਸ਼ ਆ ਵੀ ਜਿੱਥੇ ਸੰਸਦੀ ਲੋਕਤੰਤਰ ਨਹੀਂ ਹੈਗਾ, ਉੱਥੇ ਲੋਕਤੰਤਰੀ ਅਸੂਲਾਂ 'ਤੇ ਚੱਲਣ ਵਾਲੀ ਜਿਹੜੀ ਪਾਰਟੀ ਆ ਉਹ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਕਰ ਸਕਦੀ। ਕਿਹੜੇ ਨੇਤਾ ਨੇ ਆਪਣੇ ਆਪ ਨੂੰ ਬੋਲਸ਼ਵਿਕ ਪਾਰਟੀ ਨੂੰ ਗਠਿਤ ਕਰਨ ਲਈ ਸਮਰਪਿਤ ਕੀਤਾ? ਲੈਨਿਨ ਨੇ। ਲੈਨਿਨ ਨੇ ਤੇ ਕਿਸ ਦੇ ਵਿਚਾਰਾਂ ਦਾ ਡੂੰਘਾ ਪ੍ਰਭਾਵ ਸੀ? ਕਾਰਲ ਮਾਰਕਸ ਅਤੇ ਐਂਜਲਸ ਦੇ ਵਿਚਾਰਾਂ ਦਾ। ਕਿਸ ਨੂੰ ਮਾਰਕਸ ਤੋਂ ਬਾਅਦ ਸਮਾਜਵਾਦੀ ਅੰਦੋਲਨ ਦਾ ਮਹਾਨ ਨੇਤਾ ਮੰਨਿਆ ਜਾਂਦਾ ਹੈ? ਲੈਨਿਨ ਨੂੰ। ਲੈਨਿਨ ਕਿੱਥੋਂ ਰੂਸ ਵਾਪਸ ਆਇਆ ਸੀ, ਜਿਸ ਤੋਂ ਬੋਲਸ਼ਵਿਕ ਬਹੁਤ ਉਤਸ਼ਾਹਿਤ ਹੋਏ ਸਨ? ਜਲਾਵਤਨ ਤੋਂ। ਲੈਨਿਨ ਦੁਆਰਾ ਕਿਹੜੇ ਨੁਕਤੇ ਦਿੱਤੇ ਗਏ? ਉਸਦੇ ਆਰਜੀ ਸਰਕਾਰ ਨੂੰ ਸਮਰਥਨ ਦੇਣਾ ਬੰਦ ਕਰਨ ਬਾਰੇ, ਸੋਵੀਅਤਾਂ ਨੂੰ ਸੱਤਾ ਦੇਣ, ਯੁੱਧ ਤੋਂ ਰੂਸ ਨੂੰ ਅਲੱਗ ਹੋਣ ਦੇ। ਬੋਲਸ਼ਵਿਕਾਂ ਵੱਲੋਂ ਦਿੱਤੇ ਗਏ ਕਿਹੜੇ ਵਿਕਲਪ ਲੋਕਾਂ ਨੂੰ ਆਪਣੇ ਵੱਲ ਖਿੱਚਣ ਲੱਗੇ? ਸ਼ਾਂਤੀ, ਰੋਟੀ ਅਤੇ ਜ਼ਮੀਨ ਦੇ ਵਿਕਲਪ। ਸੋਵੀਅਤਾਂ ਨੂੰ ਤੋੜਨ ਦੀ ਅਸਫਲ ਕੋਸ਼ਿਸ਼ ਕਿਸ ਨੇ ਕੀਤੀ? ਕੋਰਨੀਲਵ ਨੇ। ਕਿਹੜੀਆਂ ਪਾਰਟੀਆਂ ਨੂੰ ਹਰਾ ਕੇ ਬੋਲਸ਼ਵਿਕਾਂ ਨੇ ਬਹੁਮਤ ਪ੍ਰਾਪਤ ਕੀਤਾ? ਪੈਟਰੋਗਰਾਡ ਅਤੇ ਮੈਨਸ਼ਵਿਕਾਂ ਨੂੰ ਹਰਾ ਕੇ। ਪੈਟਰੋਗਰਾਡ ਸੋਵੀਅਤ ਦਾ ਚੇਅਰਮੈਨ ਕੌਣ ਚੁਣਿਆ ਗਿਆ? ਟ੍ਰੋਟਸਕੀ। ਨਵੰਬਰ ਦੀ ਕ੍ਰਾਂਤੀ ਨੂੰ ਸੋਵੀਅਤ ਸਾਹਿਤ ਵਿੱਚ ਸਰਕਾਰੀ ਤੌਰ 'ਤੇ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਅਕਤੂਬਰ ਦੀ ਬਗਾਵਤ ਜਾਂ ਬੋਲਸ਼ਵਿਕ ਕ੍ਰਾਂਤੀ। ਉਦੋਂ ਤੱਕ ਰੂਸ ਵਿੱਚ ਕਿਹੜਾ ਕੈਲੰਡਰ ਵਰਤਿਆ ਜਾਂਦਾ ਸੀ? ਜੂਲੀਅਨ ਕੈਲੰਡਰ। ਜੂਲੀਅਨ ਕੈਲੰਡਰ ਗਰੀਗੋਰੀਆਈ ਕੈਲੰਡਰ ਤੋਂ ਕਿੰਨੇ ਦਿਨ ਪਿੱਛੇ ਚੱਲਦਾ ਹੈ? 13 ਦਿਨ। ਰੂਸ ਨੇ ਗਰੀਗੋਰੀਆਈ ਕੈਲੰਡਰ ਕਦੋਂ ਜਿਹੜਾ ਸੀ ਅਪਣਾਇਆ? 31 ਜਨਵਰੀ 1918 ਈਸਵੀ ਤੋਂ। ਮੈਨਸ਼ਵਿਕ ਪਾਰਟੀ ਦਾ ਉਦਾਰਵਾਦੀ ਨੇਤਾ ਕਿਹੜਾ ਸੀ? ਟ੍ਰਾਟਸਕੀ। ਅਕਤੂਬਰ ਦੀ ਕ੍ਰਾਂਤੀ ਤੋਂ ਪਹਿਲਾਂ ਉਹ ਬੋਲਸ਼ਵਿਕ ਪਾਰਟੀ ਵਿੱਚ ਸ਼ਾਮਿਲ ਹੋ ਗਏ ਸੀਗੇ। 25 ਅਕਤੂਬਰ ਯਾਨੀ ਕਿ 7 ਨਵੰਬਰ ਗਰੀਗੋਰੀਆਈ ਜਿਹੜਾ ਕੈਲੰਡਰ ਸੀ ਉਹਦੇ ਅਕੋਰਡਿੰਗ 7 ਨਵੰਬਰ ਅਤੇ ਉੱਦਾਂ ਜਿਹੜਾ ਦੂਜਾ ਕੈਲੰਡਰ ਸੀਗਾ ਉਹਦੇ ਅਕੋਰਡਿੰਗ 25 ਅਕਤੂਬਰ ਦੇ ਅਨੁਸਾਰ ਕਿਹੜਾ ਸ਼ਹਿਰ ਸੈਨਿਕ ਕ੍ਰਾਂਤੀਕਾਰੀ ਸੰਮਤੀ ਦੇ ਲਾਲ ਗਾਰਡ ਦੇ ਕਬਜ਼ੇ ਵਿੱਚ ਆ ਚੁੱਕਾ ਸੀ? ਸੇਂਟ ਪੀਟਰਸਬਰਗ। ਦਸੰਬਰ 1917 ਵਿੱਚ ਬੋਲਸ਼ਵਿਕ ਪਾਰਟੀ ਨੇ ਰੂਸ ਦੇ ਕਿਹੜੇ ਦੋ ਸ਼ਹਿਰ ਆਪਣੇ ਕਬਜ਼ੇ ਵਿੱਚ ਲੈ ਲਏ?
ਮਾਸਕੋ ਅਤੇ ਪੀਟਰਗਰਾਡ। ਕਿਸ ਦੀ ਅਗਵਾਈ ਹੇਠ ਨਵੀਂ ਬੋਲਸ਼ਵਿਕ ਸਰਕਾਰ ਨੇ ਸੱਤਾ ਸੰਭਾਲ ਲਈ? ਲੈਨਨ ਦੀ ਅਗਵਾਈ ਹੇਠ। ਰੂਸ ਪਹਿਲੇ ਵਿਸ਼ਵ ਯੁੱਧ ਤੋਂ ਕਦੋਂ ਅਲੱਗ ਹੋਇਆ? ਅਕਤੂਬਰ ਦੀ ਕ੍ਰਾਂਤੀ ਤੋਂ ਬਾਅਦ। ਰੂਸ ਨੂੰ ਸ਼ਾਂਤੀ ਸੰਧੀ ਵਜੋਂ ਕਿਹੜੇ ਦੇਸ਼ ਨੂੰ ਆਪਣੇ ਕਈ ਇਲਾਕੇ ਦੇਣੇ ਪਏ? ਜਰਮਨੀ ਨੂੰ। ਅਕਤੂਬਰ ਦੀ ਕ੍ਰਾਂਤੀ ਤੋਂ ਬਾਅਦ ਨਵੀਂ ਸਰਕਾਰ ਨੇ ਜ਼ਾਰ, ਚਰਚ ਅਤੇ ਜ਼ਮੀਂਦਾਰਾਂ ਦੀਆਂ ਜ਼ਮੀਨਾਂ ਜ਼ਬਤ ਕਰਕੇ ਕਿਹਨਾਂ ਨੂੰ ਦੇ ਦਿੱਤੀਆਂ? ਕਿਸਾਨਾਂ ਨੂੰ। ਅਕਤੂਬਰ ਦੀ ਕ੍ਰਾਂਤੀ ਤੋਂ ਬਾਅਦ ਨਵੀਂ ਸਰਕਾਰ ਨੇ ਉਦਯੋਗ ਦਾ ਨਿਯੰਤਰਣ ਜਿਹੜਾ ਸੀ ਉਦਯੋਗਾਂ ਦਾ ਕਿਹਨਾਂ ਨੂੰ ਦੇ ਦਿੱਤਾ? ਮਜ਼ਦੂਰ ਸੰਮਤੀਆਂ ਨੂੰ। ਰੂਸ ਦੀ ਨਵੀਂ ਸਰਕਾਰ ਨੇ ਕਿਹੜੀਆਂ ਸੇਵਾਵਾਂ ਦਾ ਕੌਮੀਕਰਨ ਕਰ ਦਿੱਤਾ? ਬੈਂਕਾਂ, ਬੀਮਾ ਕੰਪਨੀਆਂ, ਖਾਣਾ, ਪਾਣੀ, ਆਵਾਜਾਈ ਦੇ ਸਾਧਨਾਂ ਅਤੇ ਰੇਲਵੇ ਦਾ ਜਿਹੜਾ ਸੀਗਾ ਕੌਮੀਕਰਨ ਕਰ ਦਿੱਤਾ। ਸਰਕਾਰ ਨੇ ਵਿਦੇਸ਼ੀ ਨਿਵੇਸ਼ ਵੀ ਜ਼ਬਤ ਕਰ ਲਿਆ ਸੀ। ਬੋਲਸ਼ਵਿਕ ਪਾਰਟੀ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ? ਰੂਸੀ ਕਮਿਊਨਿਸਟ ਪਾਰਟੀ। ਬੋਲਸ਼ਵਿਕ ਪਾਰਟੀ ਨੇ 1918 ਈਸਵੀ ਵਿੱਚ ਰਾਜਨੀਤਿਕ ਸਹਿਯੋਗੀਆਂ ਦੇ ਵਿਰੋਧ ਦੇ ਬਾਵਜੂਦ ਕਿਹੜੇ ਦੇਸ਼ ਨਾਲ ਸੰਧੀ ਕਰ ਲਈ? ਜਰਮਨੀ ਨਾਲ। ਬੋਲਸ਼ਵਿਕਾਂ ਨੇ ਤਬਦੀਲੀਆਂ ਨਾਲ ਸੰਬੰਧਿਤ ਵਿਚਾਰਾਂ ਦਾ ਕਿਹੜੀ ਅਖਬਾਰ ਰਾਹੀਂ ਪ੍ਰਚਾਰ ਕੀਤਾ? ਪ੍ਰਾਵਦਾ ਅਖਬਾਰ ਰਾਹੀਂ। ਉਹਨਾਂ ਨੇ ਪ੍ਰਚਾਰ ਕੀਤਾ, ਯੁੱਧ ਰੋਕੋ, ਕਿਸਾਨਾਂ ਨੂੰ ਖੇਤ ਦਿਓ ਅਤੇ ਗਰੀਬਾਂ ਨੂੰ ਰੋਟੀ ਦਿਓ। ਬੋਲਸ਼ਵਿਕਾਂ ਨੇ ਰੂਸ 'ਤੇ ਨਿਯੰਤਰਣ ਕਰਨ ਤੋਂ ਬਾਅਦ ਕੀ ਬਦਲਾਅ ਲਿਆਂਦੇ? ਬੋਲਸ਼ਵਿਕ ਨਿੱਜੀ ਸੰਪੱਤੀ ਰੱਖਣ ਦੇ ਬਿਲਕੁਲ ਵਿਰੁੱਧ ਸਨ। 1917 ਵਿੱਚ ਉਦਯੋਗਾਂ ਅਤੇ ਬੈਂਕਾਂ ਦਾ ਰਾਸ਼ਟਰੀਕਰਨ ਕਰ ਦਿੱਤਾ। ਕੁਲੀਨ ਵਰਗ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਖਿਤਾਬਾਂ 'ਤੇ ਰੋਕ ਲਗਾ ਦਿੱਤੀ ਗਈ। ਸਰਕਾਰ ਨੇ ਇਹਨਾਂ ਦੀ ਮਾਲਕੀਅਤ ਅਤੇ ਪ੍ਰਬੰਧ ਨੂੰ ਆਪਣੇ ਨਿਯੰਤਰਣ ਵਿੱਚ ਲੈ ਆਂਦਾ। ਬੋਲਸ਼ਵਿਕ ਪਾਰਟੀ ਕਿਹੜੀਆਂ ਚੋਣਾਂ ਵਿੱਚ ਬਹੁਮਤ ਪ੍ਰਾਪਤ ਨਹੀਂ ਕਰ ਸਕੀ? ਨਵੰਬਰ 1917 ਈਸਵੀ ਵਿੱਚ ਸੰਵਿਧਾਨ ਸਭਾ ਦੀਆਂ ਚੋਣਾਂ ਵਿੱਚ। ਸੰਵਿਧਾਨ ਸਭਾ ਨੂੰ ਕਿਸ ਨੇ ਭੰਗ ਕੀਤਾ? ਲੈਨਿਨ ਨੇ। 1918 ਅਤੇ 1919 ਦੌਰਾਨ ਕਿਹੜੇ ਕ੍ਰਾਂਤੀਕਾਰੀਆਂ ਨੇ ਰੂਸ ਦੇ ਦੋ ਹਿੱਸਿਆਂ ਦੇ ਅਧਿਕਾਰ ਕਰ ਲਿਆ? ਹਰੇ ਸਮਾਜਵਾਦੀ ਕ੍ਰਾਂਤੀਕਾਰੀਆਂ ਨੇ ਅਤੇ ਚਿੱਟੇ ਜ਼ਾਰ ਦੇ ਸਮਰਥਕਾਂ ਨੇ। ਸੋਵੀਅਤ ਸੰਘ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ? ਦਸੰਬਰ 1922 ਈਸਵੀ ਵਿੱਚ ਬੋਲਸ਼ਵਿਕਾਂ ਨੇ। ਸੰਸਾਰ ਵਿੱਚ ਪਹਿਲੀ ਵਾਰੀ ਸਮਾਜਵਾਦ ਨੂੰ ਸਪਸ਼ਟ ਰੂਪ ਵਿੱਚ ਕਦੋਂ ਲਾਗੂ ਕੀਤਾ ਗਿਆ? 1917 ਈਸਵੀ ਦੀ ਕ੍ਰਾਂਤੀ ਤੋਂ ਬਾਅਦ। ਰੂਸ ਦੀ ਕ੍ਰਾਂਤੀ ਦੁਆਰਾ ਸਮਾਜ ਦੇ ਪੁਨਰਗਠਨ ਲਈ ਕਿਹੜਾ ਵਿਚਾਰ ਸਭ ਤੋਂ ਮਹੱਤਵਪੂਰਨ ਹੈ? ਸਮਾਜਵਾਦ। 1905 ਵਿੱਚ ਹੋਣ ਵਾਲੀ ਰੂਸ ਦੀ ਕ੍ਰਾਂਤੀ ਦਾ ਮੁੱਖ ਕਾਰਨ ਕੀ ਸੀ? ਜ਼ਾਰ ਨੂੰ ਆਪਣੀਆਂ ਮੰਗਾਂ ਦਾ ਚਾਰਟਰ ਦੇਣ ਲਈ ਜਾਂਦੇ ਹੋਏ ਮਜ਼ਦੂਰਾਂ 'ਤੇ ਗੋਲੀ ਚਲਾਈ। ਸਮਾਜਵਾਦੀ ਸਾਰੀਆਂ ਬੁਰਾਈਆਂ ਦੀ ਜੜ ਕਿਸ ਨੂੰ ਮੰਨਦੇ ਸਨ? ਨਿੱਜੀ ਸੰਪੱਤੀ ਨੂੰ। ਕਾਰਲ ਮਾਰਕਸ ਅਤੇ ਫਰੈਡਰਿਕ ਏਂਜਲਸ ਕੌਣ ਸਨ? ਸਮਾਜਵਾਦੀ। ਸਮਾਜਵਾਦ ਦਾ ਕੀ ਮੰਨਣਾ ਹੈ ਕਿ ਸਾਰੀ ਸੰਪੱਤੀ 'ਤੇ ਸਮਾਜ ਦਾ ਨਿਯੰਤਰਣ ਹੋਣਾ ਚਾਹੀਦਾ ਹੈ। ਕ੍ਰਾਂਤੀ ਤੋਂ ਪਹਿਲਾਂ ਰੂਸ ਦੇ ਸੂਤੀ ਕੱਪੜਾ ਉਦਯੋਗ ਕਦੋਂ ਹੜਤਾਲ ਹੋਈ? 1896-97 ਈਸਵੀ ਵਿੱਚ। ਕਿਸ ਦੀ ਵਿਚਾਰਧਾਰਾ ਰੂਸੀ ਕ੍ਰਾਂਤੀ ਲਿਆਉਣ ਵਿੱਚ ਸਹਾਇਕ ਸਿੱਧ ਹੋਈ? ਕਾਰਲ ਮਾਰਕਸ ਦੀ ਵਿਚਾਰਧਾਰਾ। 1917 ਦੀ ਰੂਸੀ ਕ੍ਰਾਂਤੀ ਦਾ ਆਰੰਭ ਕਿੱਥੇ ਹੋਇਆ? ਪੈਟਰੋਗਰਾਡ ਵਿੱਚ। ਲੂਈ ਬਲਾਂਕ ਕੌਣ ਸਨ? ਫਰਾਂਸੀਸੀ ਸਮਾਜਵਾਦੀ। ਸਟਾਲਿਨ ਕੌਣ ਸੀ? ਰੂਸ ਦੀ ਕਮਿਊਨਿਸਟ ਪਾਰਟੀ ਦਾ ਨੇਤਾ। ਰੂਸ ਦੀ ਕ੍ਰਾਂਤੀ ਦਾ ਤਤਕਾਲੀ ਕਾਰਨ ਕੀ ਸੀ? ਪਹਿਲਾ ਮਹਾਂਯੁੱਧ। ਰੂਸ ਵਿੱਚ ਜ਼ਾਰ ਨੂੰ ਸਿੰਘਾਸਨ ਤਿਆਗਣ ਲਈ ਕਿਸ ਨੇ ਮਜਬੂਰ ਕੀਤਾ? ਡੂਮਾ ਨੇ, ਜੋ ਕਿ ਉੱਥੋਂ ਦੀ ਸੰਸਦ ਸੀ। ਰੂਸ ਵਿੱਚ ਕ੍ਰਾਂਤੀ ਦੇ ਸਿੱਟੇ ਵਜੋਂ ਸਮਾਜ ਵਿੱਚ ਕਿਹੜੇ ਵਰਗ ਦਾ ਪ੍ਰਭੁਤਵ ਕਾਇਮ ਹੋ ਗਿਆ? ਕਿਸਾਨ ਅਤੇ ਮਜ਼ਦੂਰ ਵਰਗ ਦਾ। ਰੂਸੀ ਕ੍ਰਾਂਤੀ ਦੇ ਸਿੱਟੇ ਵਜੋਂ ਰੂਸ ਦਾ ਕੀ ਨਾਂ ਰੱਖਿਆ ਗਿਆ? ਸੋਵੀਅਤ ਸਮਾਜਵਾਦੀ ਰੂਸੀ ਸੰਘ। ਇਸ ਦੇ ਨਾਲ ਹੀ ਮੇਰੀ ਅੱਜ ਦੀ ਇਹ ਵੀਡੀਓ ਜਿਹੜੀ ਖਤਮ ਹੁੰਦੀ ਆ। ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।